हाँ जी बेटा अपन गिवन आ सम ऑफ द फर्स्ट 7 टर्म्स ਤਾਂ ਸਮ ਨੂੰ ਆਪਾਂ ਨੋਟ ਕਰਦੇ ਹਾਂ ਬਾਈ S7 49 given होता अपन ना sum of the first 7 term is 49 and sum of the first 17 terms first 17 terms ਦਾ sum ਕਿੰਨਾ ਬੇਟਾ ਦੱਸਿਓ 289 ਹਾਂਜੀ 289 ਤਾਂ find the sum of the n terms yes sir ਤਾਂ ਕੁਝ ਵੀ ਬੇਟਾ ਆਪਾਂ ਨੂੰ ਜਦੋਂ ਵੀ ਸਮ ਕੱਢਣਾ ਜਾਂ ਆਪਾਂ ਟਰਮ ਕੱਢਣੀ ਹੈ ਤਾਂ ਉਹਦੇ ਲਈ ਆਪਾਂ ਨੂੰ AP ਚਾਹੀਦੀ ਹੁੰਦੀ ਪਹਿਲਾਂ AP ਨੂੰ ਆਪਾਂ ਲਈ ਉਹਦੀ ਆਪਾਂ ਨੂੰ ਫਸਟ ਟਰਮ ਦੇ ਕਾਮਨ ਡਿਫਰੈਂਸ ਚਾਹੀਦਾ ਤਾਂ ਜਦੋਂ ਵੀ ਇਸ ਤਰ੍ਹਾਂ ਦੀਆਂ ਦੋ ਇਕੁਏਸ਼ਨਸ ਗਿਵਨ ਹੋਣਗੀਆਂ ਤੇ ਇਹਨਾਂ ਦੋਨੋਂ ਇਕੁਏਸ਼ਨਸ ਤੋਂ ਆਪਾਂ ਨੂੰ ਐਕਸਪੈਂਡ ਕਰਾਂਗੇ ਤੇ ਉਹਨੂੰ ਐਕਸਪੈਂਡ ਕਰਕੇ A ਤੇ D ਦੀ ਫਾਰਮ 'ਚ ਆਪਣੇ ਕੋਲੇ ਦੋ ਇਕੁਏਸ਼ਨਸ ਬਣ ਜਾਣਗੀਆਂ ਉਹਨਾਂ ਨੂੰ ਐਲੀਮੀਨੇਸ਼ਨ ਯੂਜ਼ ਕਰਾ ਲਾਂਗੇ ਫਿਰ ਆਪਾਂ ਉੱਥੋਂ ਕਾਮਨ ਡਿਫਰੈਂਸ ਤੇ ਫਸਟ ਟਰਮ ਆ ਜਾਏਗੀ ਆਪਣੇ ਕੋਲੇ ਤਾਂ 7 ਟਰਮ ਨੂੰ ਆਪਾਂ ਐਕਸਪੈਂਡ ਕਰਨਾ ਹੋਵੇ ਫਾਰਮੂਲਾ ਕਹਿੰਦਾ n/2 2a plus n minus 1 into d and the value of the 7 terms is sum of 7 terms is 49 तो आ जाएगा 2a 7 minus 1 6d तेरा 2 आए 49 ना मल्टीप्लाई हो जाएगा जाके ओवर 7 डिवाइड हो जाएगा तो 1 ते 7 ते तो 2a plus 6d equal to 14 that is the equation number 1 second given upon sum of the 17 terms is 289 again we expand this using formula n/2 2 into a n minus 1 into d ਜਿਹੜੀ ਆਪਾਂ ਨੂੰ ਟਰਮਾਂ ਨਹੀਂ ਪਤਾ ਉਹਦਾ a ਤੇ d ਉਹਨੂੰ ਆਪਾਂ ਐਜ਼ ਇਟ ਇਜ਼ ਰੱਖ ਲਾਂਗੇ ਜੋ ਗਿਵਨ ਆਪਾਂ ਨੂੰ ਉਹ ਆਪਾਂ ਪੁੱਟ ਕਰ ਰਹੇ ਹਾਂ ਤੇ ਇਹਨੂੰ ਐਕਸਪੈਂਡ ਕਰਾਂਗੇ ਸੋਲਵ ਕਰਾਂਗੇ 2a plus 16d 289 multiply with 2 and divide by 17 तो ये 17 ਦੇ ਟੇਬਲ ਦੀ ਕੱਟ ਹੋ ਜਾਏਗਾ 17 ਦਾ ਸਕੁਅਰ ਹੁੰਦਾ 289 ਤਾਂ ਇਕੁਏਸ਼ਨ ਆਈ 2a plus 16d equal to 34 this is equation number 2 next part ਬੇਟਾ ਤੁਸੀਂ ਕਰ ਹੀ ਸਕਦੇ ਇਸ ਤੋਂ ਬਾਅਦ ਇੱਕ n ਟਰਮ ਦਾ ਸਮ ਪੁੱਛ ਲਓ ਮੈਂ ਕਰਵਾ ਦੇਣਾ ਪੂਰਾ ਇਹਦਾ ਤੇ ਇਹਦੇ ਨੀਚੇ ਨਾ 16d ਲਿਖ ਲਓ equal to 34 by eliminating a ਨਾਲ 2a ਨਾਲ 2a ਕੈਂਸਲ ਹੋ ਜਾਏਗਾ minus 10d equal to minus 20 ਤਾਂ d ਦੀ ਵੈਲਿਊ ਆਪਾਂ ਨੂੰ 2 ਮਿਲ ਗਈ ਬਤਾ ਆਪਾਂ ਨੂੰ ਠੀਕ ਹੈ d ਇੱਥੇ ਕਿਸੇ ਇਕੁਏਸ਼ਨ ਜਿਵੇਂ ਫਸਟ ਜਾਂ ਸੈਕੰਡ ਚ d ਦੀ ਵੈਲਿਊ ਮੈਂ 2 ਭਰ ਦਾਂਗਾ ਉੱਥੋਂ a ਦੀ ਆ ਜਾਏਗੀ ਤਾਂ ਮੈਂ d ਦੀ ਵੈਲਿਊ ਮੈਂ 2 ਭਰਾਂਗਾ ਜਦੋਂ ਇੱਥੇ ਦੇਖੋ ਇਹ ਆ ਜਾਏਗਾ 2 into 12 minus 14 2 by a is 1 ਆ ਗਿਆ ਬੇਟਾ ਆਪਣੇ ਕੋਲੇ ਤਾਂ ਕਾਮਨ ਡਿਫਰੈਂਸ ਤੇ ਫਸਟ ਟਰਮ ਆਪਾਂ ਨੂੰ ਪਤਾ ਲੱਗ ਗਈਆਂ ਐਲੀਮੀਨੇਸ਼ਨ ਮੈਥਡ ਦੇ ਨਾਲ ਨਾਓ ਵੀ ਹੈਵ ਟੂ ਫਾਈਂਡ ਦਾ ਸਮ ਆਫ ਫਸਟ n ਟਰਮਸ n ਟਰਮ ਦਾ ਸਮ ਦਾ ਮਤਲਬ ਤਾਂ ਆਪਾਂ n ਦੀ ਵੈਲਿਊ n ਹੀ ਰੱਖਣੀ ਹੈ ਜੇ ਆਪਾਂ ਨੂੰ ਪੁੱਛ ਲੈਂਦੇ ਸਮ ਆਫ ਫਸਟ 20 ਟਰਮਸ ਫਿਰ ਆਪਾਂ n ਦੀ ਵੈਲਿਊ 20 ਭਰ ਦੇਣੀ ਸੀ ਹੁਣ n ਟਰਮਸ ਦਾ ਸਮ ਪੁੱਛਿਆ ਤੇ n ਨੂੰ n ਦੀ ਫਾਰਮ 'ਚ ਲਿਖ ਦਾਂਗੇ ਬਸ ਆਪਾਂ n/2 a ਤੇ d ਬਤਾ ਦਿਓ ਹੁਣ ਉਹ ਭਰ ਦਿਓ ਆਪਾਂ ਨੂੰ 2 into a is 1 n minus 1 and common difference is plus 2 तो इन्हों सॉल्व कर लो ये आ जाएगा 2 2n minus 2 2 कैंसिल विद नेगेटिव 2 तो n अंदर n/2 मल्टीप्लाई विद 2n तो 2 कैंसिल विद 2 n into n sum of n term is n square ये फॉर्मूला अपने को आ गया sum of n terms का नोट कर लो बता अगला सम पूछ लो मेरा और केड़ा सर 10th सम स्टेटमेंट बोल दो बता yes sir 10th sum show that a1 a2 and an form an ap where an is defined as below an equals to 3 plus 4n हाँ तो फाइंड द ap ਤੇ ਇੱਕ ਸਮ ਆਫ ਫਸਟ 15 ਟਰਮਸ ਆਪਾਂ ਫਾਈਂਡ ਕਰਨਾ an ਦਾ ਮਤਲਬ nth ਟਰਮ ਹੁੰਦਾ ਵਾ ਤਾਂ nth ਟਰਮ ਦਾ ਮਤਲਬ ਤੁਹਾਨੂੰ ਮੈਂ ਪਹਿਲਾਂ ਹੀ ਸਮਝਾਇਆ ਸੀ ਐਨੀ ਟਰਮ ਮਤਲਬ ਜੋ ਵੀ ਆਪਾਂ n ਦੀ ਵੈਲਿਊ ਪੁੱਟ ਕਰਾਂਗੇ ਉਹ ਟਰਮ ਦੀ ਆਪਾਂ ਨੂੰ ਵੈਲਿਊ ਮਿਲ ਜੇਗੀ ਅਗਰ n ਦੀ ਵੈਲਿਊ ਮੈਂ 1 ਪੁੱਟ ਕਰਾਂਗਾ ਇੱਥੇ ਤਾਂ ਫਸਟ ਟਰਮ ਦੀ ਵੈਲਿਊ ਮਿਲ ਜੇਗੀ ਅਗਰ n ਦੀ ਵੈਲਿਊ ਮੈਂ 2 ਪੁੱਟ ਕਰਾਂਗਾ ਤਾਂ ਮੈਨੂੰ ਸੈਕੰਡ ਟਰਮ ਦੀ ਵੈਲਿਊ ਮਿਲ ਜੇਗੀ ਤਾਂ ਇਸ ਲਈ ਨਾ ਮੈਂ n ਦੀ ਵੈਲਿਊ 1 ਪੁੱਟ ਕਰ ਦੇਣਾ ਤਾਂ ਇਹ ਆ ਜਾਏਗਾ 7 n ਦੀ ਵੈਲਿਊ ਮੈਂ 2 ਪੁੱਟ ਕਰ ਦੇਣਾ ਇਹ ਆ ਜਾਏਗਾ 11 ਠੀਕ ਹੈ n ਦੀ ਵੈਲਿਊ ਮੈਂ ਇੱਥੇ 3 ਪੁੱਟ ਕਰ ਦੇਣਾ तो आ जाएगा 15
तो AP मिल गई अपन देखो, फर्स्ट टर्म इज 7, सेकंड टर्म 11, थर्ड टर्म इज 15 एंड सो ऑन। तो AP मिल गई ਪੁੱਤ, ਇਹ ਤੋਂ ਬਾਅਦ ਤੁਸੀਂ ਆਪ ਹੀ ਕਰ ਸਕਦੇ ਸਾਰਾ ਕੁਝ। AP ਦੀ ਆਪਾਂ ਨੂੰ ਫਸਟ ਟਰਮ ਦੇ ਕਾਮਨ ਡਿਫਰੈਂਸ ਚਾਹੀਦਾ ਹੁੰਦਾ। ਇਸ ਵਾਰ ਨੇ ਪੁੱਛਿਆ ਸਮ ਆਫ ਫਸਟ 15 ਟਰਮਸ, ਪਹਿਲੀਆਂ 15 ਟਰਮਾਂ ਦਾ ਸਮ ਕੱਢਣਾ ਆਪਾਂ। ਤਾਂ ਪਹਿਲਾਂ ਤਾਂ ਸ਼ੋ ਕਰਨਾ ਸੀ AP ਬਣਦੀ ਪਈ ਕਿ ਨਹੀਂ ਬਣਦੀ ਪਈ। ਤਾਂ ਉਹ ਦੇਖੋ ਕਾਮਨ ਡਿਫਰੈਂਸ ਸੇਮ ਚੱਲ ਰਿਹਾ, ਸੋ ਇਟ ਇਜ਼ ਐਨ AP। if we have to find the sum of first 15 terms, so we use formula n by 2, 2 into a is 7 plus n minus 1 into common difference is plus 4। बस इक्वेशन ਨੂੰ ਸੋਲਵ ਕਰ ਲਓ, ਤੁਹਾਡੇ ਕੋਲ ਆਨਸਰ ਮਿਲ ਜਾਏਗਾ sum of first 15 terms। ਸਰ ਇਹਦਾ ਸੈਕੰਡ ਪਾਰਟ ਹੈ ਸਰ ਜਿਹੜੀ ਸੈਕੰਡ ਪਾਰਟ ਆ ਉਹਦੇ ਵਿੱਚ ਸਰ ਉਹਦੇ ਵਿੱਚ ਜਿਵੇਂ ਇੱਕ ਇੱਕ ਮਾਈਨਸ ਕਰੀ ਜਾਣਾ ਮਲਟੀਪਲਾਈ ਕਰਕੇ 1 a2 ਵਗੈਰਾ। ਕਿਹੜਾ ਪਾਰਟ ਆ ਸੈਕੰਡ ਬੋਲਿਓ ਸਰ an equals to 9 minus 5n। हाँ बस यही करना, बस an 1 माइनस का तो करना, जो भी n की वैल्यू होगी वो पुट करी चलो। बस n की वैल्यू जो भरोगे उन्होंने सॉल्व कर लो, फर्स्ट टर्म आ जाएगी। n की वैल्यू 2 पुट कर दो, सैकंड टर्म आ जाएगी। AP बन जाएगी, उस तो बाद थोड़े कोले AP तो जो मर्जी फाइंड कर लो। बस उस तो बाद तुसी ना सोचो कि an किस तरह की फॉर्म च गिवन आ, जिस तरह की फॉर्म च भी an गिवन आ उस बस n इक्वल टू 1 पुट कर दो, फर्स्ट टर्म आ जाएगी, 2 पुट कर दो, सैकंड टर्म आ जाएगी। तो उस तरह AP आपको पता लग जाएगी किहड़ी है। AP तो बाद आप फिर सम वगैरह तो कट ही सकते हैं। और बोलो सर 11th sum। हाँ जी स्टेटमेंट बोलो बता। if the sum of the first 10 terms of an AP is 4n minus n square, what is the first term, that is sum 1, what is the sum of first two terms, what is the second term, similarly find the third, 10th and the nth term। ठीक है बेटा, ਹੁਣ ਦੇਖੋ ਦੋਨੋਂ ਸਮ 'ਚ ਫਰਕ ਸਮਝਣਾ ਮੇਨ ਆਪਾਂ ਕੀ ਆ। ਜਿਹੜਾ ਇਹ ਸਮ ਆਪਾਂ an ਵਾਲਾ ਕੀਤਾ ਸੀਗਾ, ਠੀਕ ਹੈ, ਤਾਂ ਜਿਹੜਾ ਆਪਾਂ ਸਮ ਕੀਤਾ ਵਾ SN ਵਾਲਾ, ਤਾਂ ਦੋਨਾਂ 'ਚ ਫਰਕ ਸਮਝਣ ਦੀ ਕੋਸ਼ਿਸ਼ ਕਰੋ। an is the term nth term formula, nth term ਦਾ ਫਾਰਮੂਲਾ ਮਤਲਬ n ਦੀ ਵੈਲਿਊ ਅਗਰ ਮੈਂ 2 ਭਰਾਂਗਾ ਜਾਂ 3 ਭਰਾਂਗਾ ਤਾਂ ਮੈਨੂੰ ਉਸ ਟਰਮ ਦੀ ਵੈਲਿਊ ਮਿਲੇਗੀ। ਬੜਾ SN ਦਾ ਫਾਰਮੂਲਾ ਹੁੰਦਾ sum of n terms, ਇਹਦੇ ਵਿੱਚ ਅਗਰ ਮੈਂ n ਦੀ ਵੈਲਿਊ 4 ਭਰਾਂਗਾ ਤਾਂ ਮੈਨੂੰ ਕੀ ਆਨਸਰ ਮਿਲੇਗਾ ਦੱਸੋ। SN ਵਾਲੇ 'ਚ ਅਗਰ ਮੈਂ n ਦੀ ਵੈਲਿਊ 4 ਭਰਾਂਗਾ ਤਾਂ ਮੈਨੂੰ ਕਾਹਦਾ ਆਨਸਰ ਮਿਲੇਗਾ, 4th ਟਰਮ ਦਾ ਆਨਸਰ ਮਿਲੇਗਾ, ਇਹ ਪਹਿਲੀਆਂ 4 ਟਰਮ ਦਾ ਸਮ ਮਿਲੇਗਾ ਮੈਨੂੰ। बोलो बता। सोच के दसो SN ਦੇ ਰਿਲੇਸ਼ਨ ਦੇ ਵਿੱਚ ਅਗਰ ਮੈਂ n ਦੀ ਵੈਲਿਊ 4 ਪੁੱਟ ਕਰਦਾ ਤਾਂ ਮੈਨੂੰ ਕਾਹਦੀ ਵੈਲਿਊ ਮਿਲਦੀ ਹੈ, ਮੈਨੂੰ 4th ਟਰਮ ਦੀ ਵੈਲਿਊ ਮਿਲਦੀ ਹੈ ਕਿ ਫਸਟ 4 ਟਰਮਸ ਦਾ ਸਮ ਮਿਲਦਾ। ਇੱਕ ਚੀਜ਼ ਬੋਲਣੀ ਹੈ ਪੁੱਤ, ਕੋਈ ਵੀ ਬੋਲ ਦੋ। दसो चलो सोच लो, कोई गल नहीं, 20-25 मिनट है पे अपने लेक्चर से, सोचने की निगाह दो, ठीक है। मैं नहीं अगे कराऊंगा, जे तुम कुछ नहीं बोलना तो मैं भी नहीं बोलना। अगर आप हाँ an ਦੇ ਵਿੱਚ मैं n ਦੀ वैल्यू 4 भरदा ਤਾਂ ਮੈਨੂੰ 4th टर्म ਦੀ वैल्यू मिलेगी सिर्फ। बट अगर मैं SN वाले n की वैल्यू 4 पुट करांगा तो की मिलेगा, मैनू फस्ट 4 टर्म्स का सम मिलेगा, ठीक है। तो यही तो फर्क समझना आप बस कि nth का मतलब की होंगे, nth टर्म का मतलब की है, तो SN का मतलब की है, ठीक है। तो इस बार मैनू SN दी गिवन है, इस बार तो SN की वैल्यू मैनू गिवन है 4n माइनस n स्क्वायर। तो ये मैं n की वैल्यू अगर 4 पुट करदा तो मैनू 4 टर्म्स का सम मिल जाएगा। ਜੇ S ਦੀ ਵੈਲਿਊ ਮੈਂ n ਦੀ ਵੈਲਿਊ 1 ਪੁੱਟ ਕਰਦਾ ਤਾਂ ਕੀ ਮਿਲੇਗਾ ਮੈਨੂੰ, n ਦੀ ਵੈਲਿਊ 1 ਪੁੱਟ ਕਰਾਂਗਾ, ਇਹ ਕੀ ਮਿਲੇਗਾ ਮੈਨੂੰ 4 - 1 3 ਆ ਗਿਆ। 3 ਕੀ ਹੈ ਇੱਥੇ ਦੱਸੋ, 3 ਫਸਟ ਟਰਮ ਆ, ਕੀ ਆ ਇਹ ਫਸਟ ਟਰਮ ਦਾ ਸਮ, ਫਸਟ ਟਰਮ ਦਾ ਸਮ ਆ ਸਰ। ਹਾਂ ਪੁੱਤ ਇਹ ਗੱਲ ਸੁਣ, ਇੱਥੇ ਥੋੜੀ ਕਨਫਿਊਜ਼ਨ ਹੋ ਸਕਦੀ ਤੁਹਾਨੂੰ ਕਿ ਫਸਟ ਟਰਮ ਦਾ ਸਮ ਦਾ ਮਤਲਬ ਫਸਟ ਟਰਮ ਹੀ ਆ ਜਾਣੀ ਆ, ਕਿਉਂਕਿ ਇੱਕ ਟਰਮ ਨੂੰ ਆਪਾਂ ਆਪਦੇ ਆਪ ਨਾਲ ਐਡ ਨਹੀਂ ਕਰ ਸਕਦੇ ਨਾ, ਉਹੀ ਵੈਲਿਊ ਰਹਿ ਜਾਏਗੀ। ਪਰ ਜੇ ਮੈਂ S2 ਭਰਾਂਗਾ ਇੱਥੇ S2, n ਦੀ ਵੈਲਿਊ ਮੈਂ 2 ਪੁੱਟ ਕਰ ਰਿਹਾ, ਠੀਕ ਹੈ,
ਤਾਂ ਮੈਨੂੰ ਕੀ ਮਿਲ ਜਾਏਗਾ ਇੱਥੇ 8 - 4 4 ਪਲੱਸ ਦਾ ਮਿਲ ਗਿਆ। ਇਹ ਕੀ ਮਿਲਿਆ ਮੈਨੂੰ 4। ਇਹ 4 ਸੈਕਿੰਡ ਟਰਮ ਨਹੀਂ ਪਤਾ ਆਪਾਂ ਨੂੰ ਕੋਲੇ, ਇਹ ਹੈਗਾ ਪਹਿਲੀਆਂ ਦੋ ਟਰਮਾਂ ਦਾ ਸਮ ਆ। SN ਦਾ ਫਾਰਮੂਲਾ ਦਾ ਮਤਲਬ ਹੀ ਅਗਰ ਤੁਹਾਨੂੰ ਪਤਾ ਹੈਗਾ ਫਿਰ ਨਹੀਂ ਪਤਾ ਲੱਗਣਾ ਮੈਂ ਕੀ ਬੋਲ ਰਿਹਾ। SN ਦੇ ਫਾਰਮੂਲੇ ਦਾ ਮਤਲਬ ਹੁੰਦਾ ਸਮ ਆਫ ਫਸਟ n ਟਰਮਸ। ਤਾਂ ਅਗਰ ਮੈਂ n ਦੀ ਵੈਲਿਊ 2 ਪੁੱਟ ਕੀਤੀ ਹੈ ਤਾਂ ਮੈਨੂੰ ਕੀ ਮਿਲ ਰਿਹਾ ਸਮ ਆਫ ਫਸਟ 2 ਟਰਮਸ। ਅਗਰ ਮੈਂ s ਦੀ ਵੈਲਿਊ 3 ਪੁੱਟ ਕਰ ਦਾਂਗਾ ਤਾਂ ਮੈਨੂੰ ਮਿਲ ਜਾਏਗਾ ਸਮ ਆਫ ਫਸਟ 3 ਟਰਮਸ। ਠੀਕ ਹੈ, ਤਾਂ ਆਪਾਂ ਨੂੰ ਇੰਨੀ ਲੋੜ ਹੀ ਨਹੀਂ ਪੈਣੀ, ਬਸ ਸੈਕਿੰਡ ਟਰਮ ਦਾ ਆਪਾਂ ਨੂੰ ਵੈਲਿਊ ਮਿਲ ਗਈ, ਸਮ ਮਿਲ ਗਿਆ ਕਿ ਪਹਿਲੀਆਂ ਦੋ ਟਰਮਾਂ AP ਦੀਆਂ, ਮਤਲਬ ਪਹਿਲੀਆਂ ਦੋ ਟਰਮਾਂ ਇਸ ਤਰ੍ਹਾਂ AP ਚੱਲਦੀ ਪਈ ਹੈ, ਪਹਿਲੀਆਂ ਮੈਂ ਦੋ ਟਰਮਾਂ ਨੂੰ ਐਡ ਕਰਦਾ ਤਾਂ ਮੇਰੇ ਕੋਲ ਕਿੰਨਾ ਆ ਰਿਹਾ 4 ਆ ਰਿਹਾ। ਅਗਰ ਪਹਿਲੀ ਟਰਮ ਨੂੰ ਹੀ ਐਡ ਕਰਾਂ ਮੈਂ, ਕਹਿਣ ਦਾ ਮਤਲਬ ਪਹਿਲੀ ਟਰਮ ਉਹੀ ਆ ਜਾਊ, ਤਾਂ ਪਹਿਲੀ ਟਰਮ ਤਾਂ ਸਮਝਣਾ ਸੌਖਾ ਹੀ ਆ। ਇੱਕ ਟਰਮ ਨੂੰ ਮੈਂ ਐਡ ਕਰਦਾ ਚਾਹੇ ਇੱਕ ਟਰਮ ਉਹੀ ਹੋਊਗੀ ਤਾਂ ਉਹਦੀ ਵੈਲਿਊ ਤਾਂ ਸੇਮ ਹੀ ਰਹਿਣੀ ਆ। ਇਟ ਮੀਨਸ ਸਮ ਆਫ ਵਨ ਟਰਮਸ ਐਂਡ A1 ਇਜ਼ ਸੇਮ। ਦੇਖੋ ਜਿਵੇਂ ਕੋਈ ਬੰਦਾ ਨਾ ਪਰਸਨ ਆ ਕੋਈ, ਉਹਦੇ ਕੋਲੇ ਕੀ ਆ ਕੁਛ ਚੀਜ਼ਾਂ, ਮੰਨ ਲਓ ਉਹਦੇ ਪਹਿਲੇ ਪਰਸਨ ਕੋਲੇ 5 ਚੀਜ਼ਾਂ ਵਾ, ਦੂਜੇ ਕੋਲੇ 7 ਆ, ਤੀਜੇ ਕੋਲੇ ਮੰਨ ਲਓ 9 ਚੀਜ਼ਾਂ ਵਾ ਨਾ। ਤਾਂ ਮੈਂ ਕਹਾਂ ਦੱਸੋ ਕਿਹੜਾ ਪਹਿਲਾ ਪਰਸਨ ਆ ਉਹਦੀਆਂ ਸਾਰੀਆਂ ਚੀਜ਼ਾਂ ਐਡ ਕਰਦਾ ਮੈਂ ਤਾਂ ਕਿੰਨਾ ਆਊਗਾ ਆਨਸਰ ਉਹਦਾ, ਜਿੰਨੀਆਂ ਉਹਦੇ ਕੋਲ ਚੀਜ਼ਾਂ ਹੈਗੀਆਂ। ਅਗਰ ਮੈਂ ਦੋ ਪਰਸਨ ਦੀਆਂ ਚੀਜ਼ਾਂ ਐਡ ਕਰਦਾ, ਪਹਿਲੇ ਦੀਆਂ 5 ਦੂਜੇ ਦੀਆਂ 7, ਤਾਂ ਮੇਰੇ ਕੋਲੇ 12 ਆ ਗਿਆ। ਤਾਂ ਉਹ 12 ਕੀ ਹੋਏਗਾ ਪਹਿਲੀਆਂ ਦੋਵਾਂ ਦਾ ਸਮ ਹੋਏਗਾ। ਠੀਕ ਹੈ, ਤੇ ਜੇ ਮੈਂ ਪਹਿਲੇ ਪਰਸਨ ਦੀਆਂ ਇਕੱਲੀਆਂ ਚੀਜ਼ਾਂ ਐਡ ਕਰ ਰਿਹਾ ਤਾਂ ਉਹ ਤਾਂ ਉਹੀ ਜੋ ਉਹਦਾ ਅਮਾਊਂਟ ਉਹਦੇ ਕੋਲੇ ਹੈਗੀ ਉਹੀ ਆ ਜਾਣੀ ਹੈ ਨਾ, ਉਹ ਤਾਂ ਐਡ ਹੋਣੀ ਨਹੀਂ ਕਿਸੇ ਨਾਲ। ਯੈਸ ਸਰ। ਤਾਂ ਫਸਟ ਟਰਮ ਦੀ ਜਿਹੜੀ ਵੈਲਿਊ ਆ ਉਹ ਆਪਣੇ ਕੋਲੇ ਜੋ ਫਸਟ ਟਰਮ ਦਾ ਸਮ ਆ ਉਹੀ ਆ ਜਾਣੀ ਆ। ਪਰ ਜਿਹੜਾ S2 ਆ ਇਹ ਪਹਿਲੀਆਂ ਦੋਵਾਂ ਦਾ ਸਮ ਆ। ਜਿਵੇਂ ਹੁਣ ਐਗਜ਼ਾਮਪਲ ਦਿੱਤੀ ਸੀ ਮੈਂ 5 ਤੇ 7 ਦਾ ਸਮ 12 ਆ ਗਿਆ, ਤਾਂ ਉੱਥੇ 12 ਕੀ ਆ 12 ਹੈਗਾ ਪਹਿਲੀਆਂ ਦੋਵਾਂ ਦਾ ਸਮ। ਪਰ ਜੇ ਮੈਂ ਦੇਖਣਾ ਵੀ ਸੈਕਿੰਡ ਪਰਸਨ ਕੋਲੇ ਕਿੰਨੀਆਂ ਚੀਜ਼ਾਂ ਵਾ ਤਾਂ ਮੈਂ ਕੀ ਕਰਾਂਗਾ, ਮੈਨੇ ਜਿੰਨਾ ਦੋਵਾਂ ਦਾ ਸਮ ਆ, ਸਰ ਰਿਪੀਟ ਕਰਿਓ ਕੀ ਜਿੰਨਾ ਦੋਵਾਂ ਦਾ ਸਮ ਆ ਉਹਦੇ ਵਿੱਚੋਂ ਮੈਂ ਕੀ ਕਰਾਂਗਾ ਜਿਹੜੇ ਪਹਿਲੇ ਪਰਸਨ ਕੋਲੇ ਚੀਜ਼ਾਂ ਹੈਗੀਆਂ ਉਹ ਮਾਈਨਸ ਕਰ ਦੂੰਗਾ। ਜਿਵੇਂ ਆਪਾਂ ਐਗਜ਼ਾਮਪਲ ਹੀ ਸੀ ਨਾ ਕਿ ਇੱਕ ਪਰਸਨ ਕੋਲੇ 5 ਥਿੰਗਸ ਆ, ਕੁਛ ਵੀ ਚੀਜ਼ਾਂ ਹੋ ਸਕਦੀਆਂ, ਦੂਜੇ ਕੋਲੇ 7 ਆ, ਠੀਕ ਹੈ, ਤੀਜੇ ਕੋਲੇ 9 ਆ। ਤਾਂ ਮੈਨੂੰ ਪਤਾ ਕੀ ਆ, ਮੈਨੂੰ ਇਹ ਨਹੀਂ ਪਤਾ ਹੁਣ ਦੂਜੇ ਕੋਲੇ ਕਿੰਨੀਆਂ ਵਾ, ਮੈਨੂੰ ਇਹ ਪਤਾ ਕਿ ਇਹਨਾਂ ਦੋਵਾਂ ਦਾ ਸਮ ਕਿੰਨਾ ਵਾ। ਪਹਿਲੀ ਤੇ ਦੂਜੇ ਕੋਲੇ ਜਿਹੜਾ ਟੋਟਲ ਆ ਉਹ 12 ਵਾ। ਠੀਕ ਹੈ, ਤੇ ਪਹਿਲੇ ਦੀਆਂ ਪਤਾ ਮੇਰੇ ਕੋਲੇ ਪਹਿਲੀਆਂ ਕੋਲ ਕਿੰਨੀਆਂ ਵਾ 5 ਆ, ਤਾਂ ਸੈਕਿੰਡ ਪਰਸਨ ਕੋਲੇ ਕਿੰਨੀਆਂ ਹੋਣਗੀਆਂ ਦੱਸੋ। 7 ਸਰ। ਹਾਂ ਕਿਵੇਂ ਕਰਾਂਗੇ ਆਪਾਂ, ਜਿਵੇਂ ਪਹਿਲੀਆਂ ਦੋਵਾਂ ਦਾ ਜਿਹੜਾ ਸਮ ਆ ਉਹਦੇ ਵਿੱਚੋਂ ਫਸਟ ਟਰਮ ਦੀ ਵੈਲਿਊ ਆਪਾਂ ਮਾਈਨਸ ਕਰ ਦਾਂਗੇ ਤਾਂ ਸੈਕਿੰਡ ਦੀ ਆਪਾਂ ਨੂੰ ਮਿਲ ਜਾਣਗੀਆਂ। ਯੈਸ। ਤੇ ਉਸ ਤਰ੍ਹਾਂ ਹੀ ਮੈਂ ਜੇ ਸੈਕਿੰਡ ਟਰਮ ਦੀ ਵੈਲਿਊ ਕੱਢਣੀ ਆ ਤਾਂ ਮੈਂ ਕੀ ਕਰਾਂਗਾ, ਪਹਿਲੀਆਂ ਦੀਆਂ ਦੋ ਟਰਮਾਂ ਦਾ ਸਮ ਆ ਉਹਦੇ ਵਿੱਚੋਂ ਮੈਂ ਫਸਟ ਟਰਮ ਦਾ ਜਿਹੜੀ ਸਮ ਆ ਉਹ ਮਾਈਨਸ ਕਰ ਦਾਂਗਾ ਤਾਂ ਮੇਰੇ ਕੋਲੇ ਸੈਕਿੰਡ ਟਰਮ ਦੀ ਵੈਲਿਊ ਮਿਲ ਜੇਗੀ। ਤਾਂ ਸੈਕਿੰਡ ਟਰਮ ਕਿੰਨੀ ਆ ਜਾਏਗੀ ਮੇਰੇ ਕੋਲੇ 4 - 3 = -1। ਠੀਕ ਹੈ, ਇਹ ਤੋਂ ਬਾਅਦ AP ਪਤਾ ਲੱਗ ਗਿਆ। ਤਾਂ ਆਪਾਂ ਦੇਖੋ ਫਸਟ ਟਰਮ ਕੀ ਆ 3 ਆ, ਸੈਕਿੰਡ ਟਰਮ -1 ਆ, ਤਾਂ ਇਸ ਤੋਂ ਬਾਅਦ ਥਰਡ ਟਰਮ ਆਪਾਂ ਫੋਰਥ ਟਰਮ ਤਾਂ ਕੱਢ ਹੀ ਸਕਦੇ ਆ। ਦੇਖੋ ਆਪਾਂ ਨੂੰ ਕਾਮਨ ਡਿਫਰੈਂਸ ਪਤਾ ਲੱਗ ਗਿਆ ਨਾ, -2 ਦਾ ਚੱਲ ਰਿਹਾ, ਨਹੀਂ -2 ਨਹੀਂ -4 ਆ। ਹਾਂ 3 ਤੋਂ ਬਾਅਦ -1 ਆ ਗਿਆ, ਤੇ ਜੇ ਆਪਾਂ ਕਾਮਨ ਡਿਫਰੈਂਸ ਦੇਖਾਂਗੇ ਆਪਣਾ ਕੋਲ ਕਿੰਨਾ ਆ ਜਾਏਗਾ ਇੱਥੇ ਹੁਣ, ਸੌਰੀ ਆ +1 ਲਿਖਣਾ ਹੈ ਮੈਂ ਇੱਥੇ। ਸਰ -2 ਤਾਂ ਨਹੀਂ ਆ ਰਿਹਾ ਹੈ। ਨਹੀਂ ਬੇਟਾ ਠੀਕ ਹੈ, ਹਾਂ +1 ਆਏਗਾ ਇੱਥੇ, ਆਪਾਂ ਸਾਈਨ ਗਲਤ ਲੈ ਗਏ ਸੀ, ਆ ਗਿਆ। ਹਾਂ 3 ਤੋਂ ਬਾਅਦ 1 ਰਹਿ ਗਿਆ ਤਾਂ -2 ਦਾ ਡਿਫਰੈਂਸ ਚੱਲਦਾ ਪਿਆ। 1 ਤੋਂ ਬਾਅਦ ਫਿਰ ਅੱਗੇ -2 ਕਰਾਂਗੇ -1 ਆ ਜਾਏਗਾ, 1 ਚੋਂ -2 ਕਰਾਂਗੇ -3 -5, ਇਸ ਤਰ੍ਹਾਂ AP ਬਣ ਜਾਏਗੀ। ਠੀਕ ਹੈ, ਤੇ ਇਸ ਤਰ੍ਹਾਂ ਆਪਾਂ ਨੂੰ ਸਾਰੀਆਂ ਟਰਮਾਂ ਪਤਾ ਲੱਗ ਜਾਣਗੀਆਂ ਬਸ। ਤਾਂ ਮੇਨ ਕੰਮ ਤਾਂ ਆਪਣੇ ਪਹਿਲੀਆਂ ਦੋ ਟਰਮਾਂ ਪਤਾ ਲਗਾਉਣਾ ਸੀਗਾ, ਬਾਕੀ ਤਾਂ ਬਾਅਦ ਚ ਆਪਾਂ ਨੂੰ ਕਾਮਨ ਡਿਫਰੈਂਸ ਪਤਾ ਲੱਗ ਜਾਏਗਾ, ਅੱਗੇ ਦੀ ਆਪਾਂ ਬਣਾਈ ਲਵਾਂਗੇ। ਤਾਂ ਜਿਹੜੀ ਮੇਨ ਚੀਜ਼ ਉਹ ਤੁਸੀਂ ਸਮਝਣੀ ਆ, ਅਗਰ ਆਪਾਂ n ਦੀ ਵੈਲਿਊ 1 ਪੁੱਟ ਕਰਾਂਗੇ ਤਾਂ ਆਪਾਂ ਨੂੰ ਫਸਟ ਟਰਮ ਮਿਲ ਜੇਗੀ ਜਾਂ ਫਸਟ ਟਰਮ ਦਾ ਸਮ ਮਿਲ ਜਾਏਗਾ, ਇੱਕੋ ਹੀ ਗੱਲ ਆ ਦੋਵਾਂ ਦੀ। ਪਰ ਜੇ ਮੈਂ ਸਮ ਵਾਲੇ ਫਾਰਮੂਲੇ 'ਚ n ਦੀ ਵੈਲਿਊ 2 ਪੁੱਟ ਕਰਾਂਗਾ ਤਾਂ ਮੈਨੂੰ ਕੀ ਮਿਲੇਗਾ, ਪਹਿਲੀਆਂ ਦੋ ਟਰਮਾਂ ਦਾ ਸਮ ਮਿਲ ਜਾਏਗਾ। ਤੇ ਅਗਰ ਉਹ 'ਚੋਂ ਮੈਂ ਸੈਕਿੰਡ ਟਰਮ ਕੱਢਣੀ ਆ ਤਾਂ ਮੈਂ ਕੀ ਕੀਤਾ, ਸੈਕਿੰਡ ਟਰਮ ਕੱਢਣ ਵਾਸਤੇ ਮੈਂ ਪਹਿਲੀਆਂ ਦੋ ਟਰਮਾਂ ਦੇ ਸਮ 'ਚੋਂ ਫਸਟ ਟਰਮ ਦਾ ਸਮ ਮਾਈਨਸ ਕਰਤਾ, ਤਾਂ ਮੇਰੇ ਕੋਲੇ ਸੈਕਿੰਡ ਟਰਮ ਦੀ ਵੈਲਿਊ ਮਿਲ ਗਈ +1। ਇਸ ਤੋਂ ਬਾਅਦ ਅਗਰ ਉਹਨੂੰ ਫਸਟ ਟਰਮ ਮਿਲ ਗਈ, ਸੈਕਿੰਡ ਮਿਲ ਗਈ, ਤਾਂ ਉੱਥੋਂ ਕਾਮਨ ਡਿਫਰੈਂਸ ਪਤਾ ਲੱਗ ਜਾਏਗਾ, ਤਾਂ ਨੈਕਸਟ ਟਰਮ ਆਪਾਂ ਫਾਈਂਡ ਆਊਟ ਕਰ ਹੀ ਸਕਦੇ ਹਾਂ। ਇਸ ਤੋਂ ਬਾਅਦ ਜੋ ਵੀ ਤੁਹਾਨੂੰ ਪੁੱਛਿਆ ਗਿਆ ਤੁਸੀਂ ਉਹ ਫਾਈਂਡ ਆਊਟ ਕਰ ਲਓਗੇ। ਠੀਕ ਹੈ, AP ਦੇ ਕੋਈ ਵੀ ਫਾਰਮੂਲਾ ਲਾ ਲਓਗੇ, A ਤੇ D ਆਪਾਂ ਨੂੰ ਪਤਾ ਲੱਗ ਚੁੱਕਿਆ ਹੁਣ। ਅੱਗੇ ਬੋਲੋ।
sir, 15th sum. स्टेटमेंट बोलो बता। A contract on construction job specifies a penalty for delay of completion beyond a certain date as follow: rupees 200 for the first day, rupees 250 for the second day, rupees 300 for the third day. The penalty for each succeeding day being rupees 50 more than the preceding day. How much money the contractor has to pay as penalty if he has delayed the work by 30 days? ठीक है बेटा। हाँ ਤਾਂ ਥੋੜੀ ਕੋਸ਼ਿਸ਼ ਆਪੇ ਕਰਿਆ ਕਰੋ, ਦੇਖੋ ਕਰਨ ਦੀ ਸਮ ਕੋਈ ਬੜਾ ਔਖਾ ਤਾਂ ਹੈ ਨਹੀਂ ਸੀ ਇਹ, ਕਿ ਆਪਾਂ ਨੂੰ ਕੀ ਕਿਹਾ ਸੀਗਾ ਕਿ ਕੋਈ ਕੰਟਰੈਕਟਰ ਆ, ਉਹਨੇ ਕੋਈ ਸਰਟਨ ਵਰਕ ਕਰ ਰਿਹਾ ਤਾਂ ਉਹਨੂੰ ਜੇਕਰ ਉਹ ਕਹਿੰਦਾ ਕੁਝ ਦਿਨਾਂ, ਉਹਨੇ ਦਿਨ ਫਿਕਸ ਕਰ ਲਏ ਕਿ ਮੈਂ ਤੇਰਾ ਕੰਮ ਮੰਨ ਲਓ 4 ਮਹੀਨਿਆਂ 'ਚ ਕਰ ਦੂੰਗਾ, ਪਰ ਉਹ ਕਹਿੰਦਾ ਜੇ 4 ਮਹੀਨਿਆਂ 'ਚੋਂ ਮੰਨ ਲਓ ਇੱਕ ਦਿਨ ਵੀ ਲੇਟ ਹੋਇਆ ਕੰਮ, ਠੀਕ ਹੈ, ਤਾਂ ਉਹਨੂੰ ਪੈਨਲਟੀ ਲੱਗੇਗੀ, ਜੁਰਮਾਨਾ ਲੱਗੂਗਾ। ਤੇ ਪਹਿਲੇ ਦਿਨ ਵਾਸਤੇ ਜੁਰਮਾਨਾ 200 ਰੁਪਏ ਨਾ। Yes sir. ਹਾਂ, ਤੇ ਨੈਕਸਟ ਡੇ ਦਾ ਜੁਰਮਾਨਾ ਜੇ 2 ਦਿਨ ਲੇਟ ਹੁੰਦਾ ਤਾਂ ਉਹਨੂੰ 250 ਰੁਪਏ ਅਗਲੇ ਦਿਨ ਦੇ ਵੀ ਦੇਣੇ ਪੈਣਗੇ। ਜੇ ਇੱਕ ਦਿਨ ਹੋਰ ਕੰਮ ਲੇਟ ਹੋ ਗਿਆ ਤਾਂ ਨੈਕਸਟ ਡੇ ਉਹਨੂੰ 300 ਰੁਪਏ ਦੇਣਾ ਪਊਗਾ। ਇਸ ਤਰ੍ਹਾਂ ਕਰਦੇ ਕਰਦੇ ਉਹਨੇ 30 ਡੇਜ਼ ਵਰਕ ਲੇਟ ਕਰਤਾ, 30 ਦਿਨ ਕੰਮ ਲੇਟ ਕੀਤਾ, ਜੋ ਉਹਦੀ ਨਿਰਧਾਰਤ ਆਪਾਂ ਕਹਿ ਦਈਏ ਸਮਾਂ ਸੀਗਾ, ਉਹ ਤੋਂ ਉਹਨੇ 30 ਦਿਨ ਜਿਹੜਾ ਕੰਮ ਲੇਟ ਕੀਤਾ, ਹੋਰ ਜੋ ਉਹਦੀ ਡੈਡਲਾਈਨ ਦਿੱਤੀ ਸੀ ਉਹਨਾਂ ਨੇ ਕਿ ਮੈਂ ਇੰਨੇ ਦਿਨਾਂ 'ਚ ਕੰਮ ਖਤਮ ਕਰ ਦੂੰਗਾ, ਉਦੋਂ 30 ਦਿਨ ਲੇਟ ਕੰਮ ਖਤਮ ਕੀਤਾ। ਤੇ ਹਰੇਕ ਦਿਨ ਦੀ ਉਹਨੂੰ ਪੈਨਲਟੀ ਕਿੰਨੀ ਲੱਗੀ ਆ? ਪਹਿਲੇ ਦਿਨ ਦੀ ਉਹਨੂੰ ਪੈਨਲਟੀ ਲੱਗੀ 200 ਰੁਪਇਆ, ਸੈਕਿੰਡ ਦਿਨ ਵਾਸਤੇ ਉਹਨੂੰ ਦੇਣੇ ਪਏ 250 ਰੁਪਏ, ਤੀਜੇ ਦਿਨ ਉਹਨੂੰ ਦੇਣੇ ਪਿਆ 300 ਰੁਪਇਆ। ਤੇ ਇਸ ਤਰ੍ਹਾਂ ਕਰਦੇ ਉਹਨੇ 30 ਦਿਨ ਵਾਸਤੇ ਕੰਮ ਲੇਟ ਕੀਤਾ, ਦੱਸੋ ਉਹਨੂੰ ਟੋਟਲ ਅਮਾਊਂਟ ਕਿੰਨੀ ਪੇ ਕਰਨੀ ਪਏਗੀ ਜਾਂ ਟੋਟਲ ਪੈਨਲਟੀ ਕਿੰਨੀ ਲੱਗੇਗੀ ਉਹਨੂੰ? ਤਾਂ ਟੋਟਲ ਪੈਨਲਟੀ ਪੁੱਛੀਏ, ਸਾਰਾ ਕੁਝ ਗਿਵਨ ਆਪਾਂ ਨੂੰ, ਬਸ ਟੋਟਲ ਕਰਨਾ। ਤੇ ਏਪੀ ਬਣਦੀ ਪਈ ਹੈ ਇਹ, ਦੇਖੋ ਫਸਟ ਟਰਮ ਏ ਆ ਉਹਦੀ 200 ਤੇ ਕਾਮਨ ਡਿਫਰੈਂਸ ਚੱਲਦਾ ਪਿਆ 50 ਦਾ ਪੋਜ਼ਿਟਿਵ ਦਾ, ਤੇ ਨੰਬਰ ਆਫ ਟਰਮਸ ਆਪਣੇ ਕੋਲ 30 ਹੈ ਬਸ। ਸਮ ਦਾ ਫਾਰਮੂਲਾ ਯੂਜ਼ ਕਰੋ, ਆਨਸਰ ਆ ਗਿਆ। ਹੋਰ ਬੋਲੋ। बस सर यही सम सीगे। ठीक है बेटा, कल ना मैं फिर मैं कॉपी चेक करूंगा सारी थोड़ी, ये जिन्ने भी समझने रहंदे आ सारे ने बना करके लाने, और ਜਿਹੜੇ ਜਿਹੜੇ ਰਹਿ ਗਏ ਬੱਚੇ ਨੇ ਨਹੀਂ ਦਿਖਾਏ ਸੀ ਅੱਜ, ਤੇ ਕੱਲ ਕੰਪਲੀਟ ਕਰ ਲੈਣਾ, ਠੀਕ ਹੈ ਚੈਪਟਰ ਇਹ ਆਪਦਾ, ਫਿਰ ਆਪਾਂ ਕੱਲ ਨੈਕਸਟ ਚੈਪਟਰ ਸ਼ੁਰੂ ਕਰ ਦਾਂਗੇ।